ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਮਹਿਲਾ ਦੂਜਾ। ਹਉ ਮੈਂ ਹਾਜਤ ਹੈ, ਹਉ ਮੈਂ ਕਰਮ ਕਮਾਏ, ਹਉ ਮੈਂ ਬੰਦਨਾ ਫਿਰ ਜਾਨੀ ਪਾਹੇ, ਹਉ ਮੈਂ ਕਿਥੋਂ ਉਪਜੈ ਕਿਤ ਸੰਜਮ ਵੇ ਜਾਏ, ਹਉ ਮੈਂ ਹੋ ਹੁਕਮ ਹੈ ਪੈ ਕਿਰਤ ਫਿਰਾਹੇ, ਹਉ ਮੈਂ ਦੀਰਘ ਰੋਗ ਹੈ ਦਾਰੂ ਪੀਏ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਹੇ। ਸੋ ਆਪਾਂ ਬੜੇ ਪਿਆਰ ਅਤੇ ਟਿਕਾ ਦੇ ਨਾਲ ਬੈਠ ਕੇ ਆਸਾ ਕੀ ਵਾਰ ਜੀ ਦੀ 7ਵੀਂ ਪੌੜੀ ਦੇ ਨਾਲ ਸੰਬੰਧ ਰੱਖਣ ਵਾਲੇ ਦੂਸਰੇ ਸ਼ਲੋਕ ਦਾ ਪਾਠ ਸਰਵਣ ਕੀਤਾ ਹੈ। We have just listened to the part of the second slok that is connected to the 7th paudi of Asa Ki War. Now let us try to understand what we gain from reading this slok, what we gain from listening to the vichar of this slok. ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਸ ਸ਼ਲੋਕ ਨੂੰ ਪੜ੍ਹ ਕੇ, ਇਸ ਸ਼ਲੋਕ ਨੂੰ ਵਿਚਾਰ ਕੇ, ਵਿਚਾਰ ਸੁਣ ਕੇ ਸਾਡਾ ਨਜ਼ਰੀਆ ਕਿੱਦਾਂ ਘੜਿਆ ਗਿਆ, ਵੀ ਅਸੀਂ ਕਿੱਦਾਂ ਇਸ ਸ਼ਲੋਕ ਨੂੰ ਦੇਖਦੇ ਹਾਂ। ਸ਼ਲੋਕ ਦੀ ਸ਼ੁਰੂਆਤ ਹੁੰਦੀ ਹੈ, ਪਾਤਸ਼ਾਹ ਕਹਿੰਦੇ ਨੇ, ਦੂਸਰੇ ਪਾਤਸ਼ਾਹ ਜੀ ਦਾ ਆਚਾਰਨ ਕੀਤਾ ਹੋਇਆ ਸ਼ਲੋਕ ਹੈ। ਗੁਰੂ ਅੰਗਦ ਪਾਤਸ਼ਾਹ ਇਸ ਸੇਂਗ ਵੀ ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ। ਹੁਣ ਇੱਥੇ ਸਾਨੂੰ ਸੰਦਰਭ ਦੇਖਣਾ ਪਵੇਗਾ। We must look at the context that these sloks are being written in. Because in the first slok, Guru Pasha is talking about the ignorance, the pujari structure, jaat path, all their beliefs, right? ਪਹਿਲੇ ਸ਼ਲੋਕ ਦੇ ਵਿੱਚ ਪਾਤਸ਼ਾਹ ਅਗਿਆਨਤਾ ਦੀ ਗੱਲ ਕਰਦੇ ਨੇ, ਜਾਤ ਪਾਤ ਦੀ ਗੱਲ ਕਰਦੇ ਨੇ, ਪੁਜਾਰੀ ਢਾਂਚੇ ਦੀ ਗੱਲ ਕਰਦੇ ਨੇ, ਉਹਨਾਂ ਦੀਆਂ ਮਨੌਤਾਂ ਦੀਆਂ ਗੱਲਾਂ ਕਰਦੇ ਨੇ, ਠੀਕ ਹੈ ਜੀ। ਤਾਂ ਇਸ ਸ਼ਲੋਕ ਦੇ ਵਿੱਚ ਵੀ ਗੁਰੂ ਅੰਗਦ ਪਾਤਸ਼ਾਹ is carrying out that very same message. ਇੱਥੇ ਗੁਰੂ ਅੰਗਦ ਪਾਤਸ਼ਾਹ ਲੜੀ ਨੂੰ ਅੱਗੇ ਤੋਰਦੇ ਹੋਏ ਕਹਿ ਰਹੇ ਨੇ ਵੀ ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ। Be the ones who are engrossed in pride over their so-called high caste. ਕਹਿੰਦੇ ਨੇ ਜਿਹੜੇ ਆਪਣੀ ਇਦਾਂ ਜਾਤ ਦੇ ਹੰਕਾਰ ਦੇ ਵਿੱਚ ਇਦਾਂ ਗ੍ਰਸਤ ਹੋਏ ਹਨ। ਹੁਣ ਪੁਜਾਰੀ ਕੀ ਕਰਦਾ ਸੀ, ਬ੍ਰਾਹਮਣ ਕੀ ਕਰਦਾ ਸੀ, ਉਹ ਇਹ ਕਹਿੰਦਾ ਸੀ ਮੈਂ ਸਭ ਤੋਂ ਉੱਚਾ ਹਾਂ ਤਾਂ ਬਾਕੀ ਸਾਰੇ ਮੇਰੀ ਸੇਵਾ ਕਰਨ। Brahman used to say that I am the highest of the high and everyone else do seva of me. ਤੁਸੀਂ ਪਾਣੀ ਭਰੋ ਮੇਰਾ, ਲੱਤਾਂ ਘੁੱਟੋ ਮੇਰੀਆਂ, ਮੇਰੇ ਲਈ ਖਾਣਾ ਤਿਆਰ ਕਰੋ, ਔਰਤਾਂ ਮੇਰੇ ਲਈ ਮੰਦਰ ਵਿੱਚ ਛੱਡਿਆ ਕਰੋ, ਮੈਂ ਮਨੋਰੰਜਨ ਕਰਾਂਗਾ, ਠੀਕ ਹੈ ਜੀ। ਤੇ ਇਹਨਾਂ ਚੀਜ਼ਾਂ ਨੂੰ ਜਸਟੀਫਾਈ ਕਰਨ ਵਾਸਤੇ, to justify these things, what did the pujari do? He used to say ਵੀ ਹਉਮੈ ਇਹਾ ਜਾਤ ਹੈ, ਹਉਮੈ ਕਿਰਤ ਕਮਾਹੇ। He used to say that because of my actions in my past life, I am sitting in this position today. ਉਹ ਪੁਜਾਰੀ ਕੀ ਕਰਦਾ ਸੀ, ਬੜਾ ਚਲਾਕ ਸੀ, ਬੜਾ ਸ਼ਾਤਰ ਸੀ। ਅੱਜ ਵੀ ਸਾਡੇ ਵਿੱਚ ਬਹੁਤ ਫਿਰਦੇ ਨੇ ਵੀ ਸੁੱਖ ਨਾਲ ਪੜ੍ਹੇ ਲਿਖੇ ਵਿਦਵਾਨ ਵੀ ਇਦਾਂ ਪੁਜਾਰੀ ਦੇ ਇਦਾਂ ਗਲਵੇ ਵਿੱਚ ਆ ਗਏ ਵੀ ਅਸੀਂ ਵੀ ਪੁਜਾਰੀ ਹਾਂ ਜੀ, ਅਸੀਂ ਵੀ ਉਹਨਾਂ ਮਨੌਤਾਂ ਨੂੰ ਫੈਲਾਉਣਾ ਹੈ। ਖੈਰ ਵਿਸ਼ਾ ਨਹੀਂ, ਵਿਸ਼ਾ ਇਹ ਹੈ ਸ਼ਲੋਕ ਨੂੰ ਲੈ ਕੇ ਅਸੀਂ ਵਿਚਾਰ ਕਰਨੀ ਹੈ। ਹਉਮੈ ਇਹਾ ਜਾਤ ਹੈ, ਹਉਮੈ ਕਿਰਤ ਕਮਾਹੇ। ਪੁਜਾਰੀ ਕੀ ਕਰਦਾ ਸੀ, ਦੁਨੀਆ ਨੂੰ ਕਹਿੰਦਾ ਸੀ ਮੈਂ ਉੱਚਾ ਹਾਂ, ਜੇ ਤੁਸੀਂ ਵੀ ਉੱਚੇ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਜਨਮ ਦੇ ਵਿੱਚ ਚੰਗੇ ਕੰਮ ਕਰਨੇ ਪੈਣਗੇ। ਚੰਗੇ ਕੰਮ ਕੀ ਹਨ? ਤੁਸੀਂ ਮੇਰੀ ਸੇਵਾ ਕਰੋ ਤੇ ਅਗਲੇ ਜਨਮ ਵਿੱਚ ਜਾ ਕੇ ਤੁਸੀਂ ਵੀ ਉੱਚੀ ਜਾਤ ਦੇ ਨਾਲ ਸੰਬੰਧ ਰੱਖ ਸਕਦੇ ਹੋ। The Pujari was very clever. He used to say that, oh, I am of a high caste.
people of the world, do you guys want to be in a high caste in your next life? And obviously what would they say? They would say yes. And then the pujari would say, well, if you want to be born into a higher caste in your next life, what should you do? You should do what I tell you. हमें इहा जात है, हमें कर्म कमाहे, हमें यही बंधना, फिर जोनी पाहे। पाशा कहते ने वाक्या यार, कोई जम्मण मरण नहीं, तू तो इदा भरम फैलाया वा अपनी हौमे नू लैके। गुरु पातशाह says, he says, यार there is no such thing as reincarnation. You are just bringing more delusion into the public. You are just manipulating the public further to fulfill your own agenda. ਤੂੰ ਤਾਂ ਬੰਦਰਾਂ ਦੇ ਵਿੱਚ ਲੋਕਾਂ ਨੂੰ ਬੰਨ ਰਿਹਾ ਹਾਂ, ਤਾਂ ਇਹ ਲਾਲਚ ਦੇ ਕੇ ਵੀ ਯਾਰ ਅਗਲੇ ਜਨਮ ਵਿੱਚ ਤੁਸੀਂ ਉੱਚੀ ਜਾਤ ਦੇ ਨਾਲ ਸੰਬੰਧ ਰੱਖਣ ਵਾਲੇ ਪਰਿਵਾਰ ਦੇ ਵਿੱਚ ਜਨਮ ਲੈ ਸਕਦੇ ਹੋ। ਕਹਿੰਦੇ ਨੇ ਕੁਛ ਨਹੀਂ ਯਾਰ, ਕੋਈ ਜੰਮਣ ਮਰਨ ਨਹੀਂ, ਤੂੰ ਤਾਂ ਭਰਮਾਂ ਦੇ ਵਿੱਚ ਪਾ ਰਿਹਾ ਲੋਕਾਂ ਨੂੰ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਇਹੀ ਬੰਧਨਾ ਫਿਰ ਜੋਨੀ ਪਾਹੇ। ਤੇ ਜੇ ਕੋਈ ਜਾਣਾ ਹੈ ਨਾ ਪੁੱਛੇ ਇਹਨਾਂ ਨੂੰ, if someone asks them ਵੀ what makes you so higher than us, who created this so called caste system, ਅੱਜ ਜੇ ਅਸੀਂ ਪੁੱਛੀਏ ਨਾ ਪੁਜਾਰੀਆਂ ਨੂੰ ਯਾਰ ਤੁਸੀਂ ਕਿਉਂ ਉੱਚੇ ਅਹੁਦੇ ਤੇ ਬੈਠੇ ਹੋ, ਤੁਹਾਡਾ ਕੀ ਦੇਣ ਹੈ ਸਮਾਜ ਨੂੰ, ਤੁਸੀਂ ਕੀ ਦਿੱਤਾ ਸਾਨੂੰ। if we ask the pujaris, say what did you guys do, why should we treat you guys with respect other than making the public fools? What is your deen to our panth? What have you given us? ਤਾਂ ਅੱਗੇ ਪੁੱਠਾ ਸਿੱਧਾ ਜਦ ਜਵਾਬ ਦੇਣਗੇ ਜਿੱਦਾਂ ਉਸ ਵੇਲੇ ਪਾਤਸ਼ਾਹਾਂ ਨੂੰ ਉਹਨਾਂ ਨੇ ਦਿੱਤਾ, ਜਿੱਦਾਂ ਉਸ ਵੇਲੇ ਲੋਕਾਂ ਨੂੰ ਉਹਨਾਂ ਨੇ ਦਿੱਤਾ। ਜਵਾਬ ਕੀ ਸੀ? ਜਦੋਂ ਲੋਕੀ ਪੁੱਛਦੇ ਸੀ ਨਾ ਵੀ ਹਉਮੈ ਕਿੱਥੋਂ ਉਪਜੇ, ਜਾਤ ਪਾਤ ਦੀ ਕਾਢ ਕਿਹੜੇ ਬੰਦੇ ਨੇ ਘੜੀ, ਕਿਤ ਸੰਜਮ ਇਹ ਜਾਏ, ਤਾਂ ਕਿੱਦਾਂ ਜਾਤ ਪਾਤ ਦੇ ਕੋੜ ਨੂੰ ਸਮਾਜ ਤੋਂ ਦੂਰ ਕੀਤਾ ਜਾ ਸਕਦਾ। ਜਦੋਂ ਕੋਈ ਜਾਣਾ ਇਦਾਂ ਪੁਜਾਰੀਆਂ ਨੂੰ ਪੁੱਛੇ, if someone was to ask them, where did the caste system originate from? How can we get rid of this filthy system of discrimination? Then you know what the pujaris would say? ਸਾਡੇ ਵਾਲੇ ਨਹੀਂ ਕਹਿੰਦੇ, ਜਦੋਂ ਅਸੀਂ ਸਵਾਲ ਕਰੀਏ ਨਹੀਂ ਜੀ ਪੁਰਾਤਨ ਮਰਿਆਦਾ ਜੀ, ਪਿਛਲੀ ਵਾਰ ਵੀ ਜ਼ਿਕਰ ਕੀਤਾ ਸੀ, ਪਿਛਲੀਆਂ ਵੀਡੀਓਆਂ ਵਿੱਚ ਵੀ ਜ਼ਿਕਰ ਕੀਤਾ ਸੀ ਵੀ ਇਹ ਲੋਕ ਤਾਂ ਇਦਾਂ ਔਰਤਾਂ ਨੂੰ ਅਪਵਿੱਤਰ ਮੰਨਦੇ ਹਨ। ਕਾਰਨ ਕੀ ਆ? ਕਾਰਨ ਇਹ ਆ ਪੁਰਾਤਨ ਮਰਿਆਦਾ ਜੀ, ਜਿੱਦਾਂ ਦੇ ਇਹਨਾਂ ਦੇ ਬਾਬੇ ਸਨ ਇਦਾਂ ਦੇ ਗਾਂ ਚੇਲੇ ਆ ਗਏ। ਪੁਰਾਤਨ ਮਰਿਆਦਾ ਜੀ, they say when a woman is going through her menstrual cycle, they say she is impure. Where did they come up with this logic from? They are so backwards that they don't even realize that without that cycle, without that system, they will not be able to take birth. But no, we want to control the public. And what do they say when someone asks them a question? Yaar, how dare you say that a woman is impure when she gets her menstrual cycle? Tanu sharm nahi aunਦੀ yaar? So jawab dinde ne, what do they give in as an answer? They say, oh, Puratan Mriada. Go look at our Brahm Gyanis. Were they all wrong also? And no one has the courage to say that everybody was wrong. ਪਰ ਕਿਤੇ ਨਾ ਕਿਤੇ ਜਾ ਕੇ ਸਾਨੂੰ ਖੜਨਾ ਪਵੇਗਾ ਵੀ ਯਾਰ ਜੇ ਤੁਹਾਡੇ ਬ੍ਰਹਮ ਗਿਆਨੀ ਇਹੋ ਜਿਹੀਆਂ ਮਨੌਤਾਂ ਸਮਾਜ ਦੇ ਵਿੱਚ ਫੈਲਾ ਗਏ ਹਨਾ ਤਾਂ ਉਹ ਗਲਤ ਸੀ। ਉਸ ਬ੍ਰਹਮ ਗਿਆਨ ਨਾਲ ਸਾਡਾ ਕੋਈ ਲੈਣ ਦੇਣਾ ਨਹੀਂ। ਅਸੀਂ ਤਾਂ ਉਸ ਗੁਰੂ ਦੇ ਸਿੱਖ ਹਾਂ ਜਿਨ੍ਹਾਂ ਨੇ ਡੰਕੇ ਦੀ ਚੋਟ ਤੇ ਇਹ ਗੱਲ ਕਹੀ ਸੀ ਵੀ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਇਹਨਾਂ ਵਿਸ਼ਿਆਂ ਦੇ ਵੀ ਆਪਾਂ ਖੁੱਲ ਕੇ ਵਿਚਾਰ ਕਰਾਂਗੇ ਆਉਣ ਵਾਲਿਆਂ ਦਿਨਾਂ ਵਿੱਚ, ਆਉਣ ਵਾਲੇ ਸਮੇਂ ਵਿੱਚ। And at that time the pujari used to say the same thing. ਉਸ ਵੇਲੇ ਵੀ ਪੁਜਾਰੀ ਦਾ ਆਹੀ ਜਵਾਬ ਸੀ, ਹਉਮੈ ਕਿੱਥੋਂ ਉਪਜੇ ਕਿਤ ਸੰਜਮ ਇਹ ਜਾਏ। ਉਹ ਕਹਿੰਦਾ ਸੀ ਵੀ ਹਉਮੈ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ। And the pujari would say, oh no, Jat Paat was constructed by God himself. God is the one who is ordering all this to happen. ਕਹਿੰਦੇ ਨਹੀਂ ਯਾਰ ਇਹ ਤਾਂ ਹੁਕਮ ਮੁਤਾਬਕ ਹੋ ਰਿਹਾ ਸਾਰਾ ਕੁਝ, ਇਹ ਤਾਂ ਰੱਬ ਜੀ ਦਾ ਹੁਕਮ ਜੀ, ਉਹਨੂੰ ਪੁੱਛੋ ਉਹਦੀਆਂ ਉਹ ਜਾਣੇ। ਹਉਮੈ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ, ਤਾਂ ਉਹਦੇ ਹੁਕਮ ਮੁਤਾਬਕ ਹੀ ਅਸੀਂ ਕੰਮ ਕਰ ਰਹੇ ਹਾਂ। ਬ੍ਰਾਹਮਣ ਕਹਿੰਦਾ ਸੀ ਯਾਰ ਮੈਂ ਤਾਂ ਕੁਝ ਨਹੀਂ ਕਰ ਰਿਹਾ। ਅੱਜ ਵਾਲੇ ਪੁਜਾਰੀ ਵੀ ਕਹਿੰਦੇ ਆ ਪੁਰਾਤਨ ਮਰਿਆਦਾ ਜੀ ਸਾਡਾ ਕੋਈ ਲੈਣਾ ਦੇਣਾ ਨਹੀਂ,
ਅਸੀਂ ਬੜੇ ਨੀਚ ਹਾਂ ਜੀ, ਅਸੀਂ ਤਾਂ ਉਹਨਾਂ ਦੀ ਪੈਰ ਦੀ ਮਿੱਟੀ ਵੀ ਨਹੀਂ ਬਣ ਸਕਦੇ ਜੀ, ਇਦਾਂ ਗੱਲਾਂ ਕਰਨਗੇ ਇਦਾਂ ਜੀ, ਨਹੀਂ ਜੀ ਅਸੀਂ ਤਾਂ ਬੜੇ ਨਿਮਾਣੇ ਸੇਵਕ ਹਾਂ ਜੀ, ਸਾਨੂੰ ਤਾਂ ਬਖਸ਼ੀ ਹੈ ਸੇਵਾ ਮਾਲਕ ਨੇ। ਪਰ ਅੰਦਰੋਂ ਅੰਦਰੀ ਸਾਰੇ ਮੈਲ ਨਾਲ ਭਰੇ ਪਏ। ਔਰ ਪੁਜਾਰੀਜ਼ today they will say, oh, we are nothing, we are just taking care of this responsibility as was given to us from Guru Sahib ji. But no, they are very clever. They want to fool the public by putting this weight on us, by putting this pressure on us. Now, oh no, this is happening from Guru Sahib's time. ਪਰ ਅਸੀਂ ਇਹ ਗੱਲ ਕਲੀਅਰ ਕਰਨੀ ਚਾਹਾਂਗੇ, ਸਾਡੇ ਗੁਰੂ ਪਾਤਸ਼ਾਹ ਨਹੀਂ ਇਦਾਂ ਦੇ ਹੋ ਸਕਦੇ। ਜਿੱਦਾਂ ਦੀਆਂ ਮਨੌਤਾਂ ਦਾ ਪ੍ਰਚਾਰ ਤੁਸੀਂ ਕਰਦੇ ਹੋ ਨਾ, ਉਹਨਾਂ ਮਨੌਤਾਂ ਦਾ ਗੁਰੂ ਸਾਹਿਬ ਨੇ ਖੁੱਲ੍ਹ ਕੇ ਵਿਰੋਧ ਕੀਤਾ। ਅਸੀਂ ਮਾਣ ਨਾਲ ਸਿਰ ਉੱਚਾ ਕਰਕੇ ਕਹਿੰਦੇ ਆ, ਨਹੀਂ ਯਾਰ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਨ੍ਹਾਂ ਨੇ ਇਹ ਗੱਲ ਕਹੀ ਸੀ ਵੀ ਝੂਠ ਨਾ ਬੋਲ ਪਾਂਡੇ ਸੱਚ ਕਹੀਏ। ਅੱਜ ਵੀ ਸਵਾਲ ਕਰਾਂਗੇ। We are Sikhs of that Guru who told us to question everything. And like they question, we will try our best to question today. ਕੋਈ ਮੁਕਾਬਲਾ ਨਹੀਂ ਕਰ ਸਕਦੇ ਤਾਨਾਸ਼ਾਹੀ ਦੇ ਰਾਜ ਦੇ ਵਿੱਚ। ਉਹ ਗੱਲਾਂ ਕਹਿਣੀਆਂ, ਉਹਨਾਂ ਗੱਲਾਂ ਦੇ ਉੱਤੇ ਅਮਲ ਕਰਨਾ, ਤੱਤੀ ਤਵੀ ਤੇ ਭਾਵੇਂ ਬਿਠਾਇਆ ਗਿਆ ਪਰ ਫਿਰ ਵੀ ਹੱਸ ਕੇ ਬੈਠੇ। ਕੋਈ ਖੇਡ ਨਹੀਂ ਸੀ ਉਹ ਤਾਂ ਇੱਕ ਤਾਂਘ ਸੀ ਵੀ ਯਾਰ ਅਸੀਂ ਸਮਾਜ ਨੂੰ ਬਦਲਣਾ ਚਾਹਾਂਗੇ, ਅਸੀਂ ਸਮਾਜ ਦੇ ਵਿੱਚ ਤਬਦੀਲੀ ਲਿਆਉਣੀ ਚਾਹੁੰਦੇ ਹਾਂ। We cannot compare ourselves to the hardships that our Guru Pashas went through. They went through those hardships in times of a dictatorship. Today in a democracy it's very easy to speak your opinion. That is why we say our heads bow in reverence to our Guru Sahib, because they went through those hardships to make the society around them a better place. And if we are not able to do so, then I don't think we have any right to call ourselves Sikhs of Guru Sahib Ji, Sikhs of Guru Granth Sahib Ji. ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਇਹਨਾਂ ਦੇ ਕੋਲ ਕੁਛ ਨਹੀਂ, ਥੋਥੀਆਂ ਜੀਆਂ ਦਲੀਲਾਂ ਹਨ ਵੀ ਯਾਰ ਰੱਬ ਨੇ ਥੋਪਿਆ ਸਾਰਾ ਕੁਝ ਤੁਹਾਡੇ ਉੱਤੇ। ਕਹਿੰਦੇ ਨੇ ਕੁਛ ਨਹੀਂ, ਰੱਬ ਨਹੀਂ ਕੁਛ ਕਰਦਾ। ਜੇ ਜਾਤ ਪਾਤ ਦਾ ਕੋੜ ਸਮਾਜ, ਜਿੱਦਾਂ ਜਾਤ ਪਾਤ ਸਮਾਜ ਨੂੰ ਚਿੰਬੜੀ ਹੈ ਨਾ, ਤਾਂ ਪੁਜਾਰੀ ਕਰਕੇ ਹੀ ਚਿੰਬੜੀ ਹੈ। ਜੇ ਜਾਤ ਪਾਤ ਦਾ ਕੋੜ ਸਮਾਜ ਦੇ ਲੋਕਾਂ ਦੇ ਉੱਤੇ ਲੱਗਾ ਹੈ ਨਾ, ਤਾਂ ਪੁਜਾਰੀ ਢਾਂਚੇ ਕਰਕੇ ਲੱਗਾ ਹੈ। ਕੋਈ ਰੱਬ ਨਹੀਂ ਇਦਾਂ ਕਰਦਾ। ਤਾਂ ਫਿਰ ਪਾਤਸ਼ਾਹ ਕਹਿੰਦਾ ਦਿਨ ਗੁਰੂ ਸਾਹਿਬ ਜੀ ਸੇਜ਼ ਵੀ ਹਉਮੈ ਦੀਰਘ ਰੋਗ ਹੈ, दारू पी समाहे ईगो, ignorance, it is a very dangerous thing। कहते बड़ा खतरनाक रोग है, पर ਇਹਦਾ ਇਲਾਜ ਵੀ ਬੰਦਿਆ ਤੇਰੇ ਵਿੱਚ ਹੈ। ਤੂੰ ਕਹਿ ਸਕਦਾ ਮੈਂ ਨਹੀਂ ਅਗਿਆਨਤਾ ਦੇ ਵਸ ਵਿੱਚ ਹੋ ਕੇ ਰਹਿਣਾ ਚਾਹੁੰਦਾ, ਮੈਂ ਗਿਆਨ ਹਾਸਲ ਕਰਨਾ ਚਾਹੁੰਦਾ, but you have the ability to create medicine for this illness. You have the ability to save yourself from the dangers of ego, from the dangers of ignorance. How? By saying, I do not want to live a life like this anymore. By saying, I want to gain true wisdom. ਹਉਮੈ ਦੀਰਘ ਰੋਗ ਹੈ, दारू ਪੀ ਇਸ ਮਾਹੇ। ਕਹਿੰਦੇ ਨੇ ਕਿਰਪਾ ਕਰੇ ਜੇ ਆਪਣੀ, ਜੇ ਬੰਦਾ ਆਪਣੇ ਆਪ ਦੇ ਉੱਤੇ ਤਰਸ ਕਰੇ, ਭਾਵ ਜੇ ਬੰਦਾ ਪਹਿਲਾ ਸਟੈਪ ਚੱਕੇ ਯਾਰ ਮੈਂ ਨਹੀਂ ਇਦਾਂ ਅਗਿਆਨਤਾ ਦੇ ਵਸ ਵਿੱਚ ਹੋ ਕੇ ਰਹਿਣਾ ਚਾਹੁੰਦਾ, ਬਹੁਤ ਹੋ ਗਿਆ। When someone says enough is enough, forget living a life of ignorance, I want to bring wisdom into my life, ਤਾਂ ਫਿਰ ਕੀ ਹੁੰਦਾ ਜੀ? ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ, ਫਿਰ ਉਹ ਗਿਆਨ ਤੱਕ ਪਹੁੰਚ ਸਕਦਾ ਹੈ। If he takes that first initiative to bring wisdom into his life, then he can reach his destination. Then he can implement that wisdom in his life. ਨਾਨਕ ਕਹੇ ਸੁਣੋ ਜਨੋ, ਇਤ ਸੰਜਮ ਦੁਖ ਜਾਹੇ, ਗਿਆਨ ਦੇ ਨਾਲ ਹੀ ਸਾਰੇ ਰੋਗ ਕੱਟੇ ਜਾ ਸਕਦੇ ਹਨ। ਇਸੇ ਨੂੰ ਤਾਂ ਕਿਹਾ ਸੀ, that is why in ਗੁਰਬਾਣੀ ਵੀਰ ਵੀ ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਜਿਹੜੇ ਸਤਿਗੁਰ ਦੇ ਨਾਲ ਜੁੜ ਕੇ ਉਸ ਗਿਆਨ ਨੂੰ ਜ਼ਿੰਦਗੀ ਵਿੱਚ ਲਾਗੂ ਕਰਦੇ ਨੇ, ਸਾਰਿਆਂ ਰੋਗਾਂ ਦਾ ਇਲਾਜ, ਭਾਵ ਮਾਨਸਿਕ ਰੋਗਾਂ ਦਾ ਇਲਾਜ ਉਹ ਲੱਭ ਲੈਂਦੇ ਹਨ, ਉਹ ਕਰ ਲੈਂਦੇ ਹਨ। All the illnesses that are enslaving their mentality, they find a medicine for that illness
in the company of their guru, ਭਾਵ when they bring wisdom into their life. So ਇਸ ਕਰਕੇ ਆਓ, let us read Gurbani, let us understand Gurbani, let us bring Gurbani into our daily life so that we may live life full of confidence, live life full of freedom, like our Guru Pasha, like our forefathers lived before us. ਆਓ ਗੁਰਬਾਣੀ ਪੜ੍ਹ ਕੇ, ਵਿਚਾਰ ਕੇ, ਆਜ਼ਾਦੀ ਨਾਲ ਆਪਣੇ ਫੈਸਲੇ ਆਪ ਲਈਏ ਜਿਵੇਂ ਕਿ ਸਾਡਿਆਂ ਪਾਤਸ਼ਾਹਾਂ ਨੇ ਲਏ ਸਨ। ਇਹ ਸਮਝਣ ਦੀ ਕੋਸ਼ਿਸ਼ ਕਰੀਏ ਵੀ ਅੱਜ ਦੀ ਡੇਟ ਵਿੱਚ ਸਾਡੀਆਂ ਜ਼ਿੰਮੇਵਾਰੀਆਂ ਕੀ ਹਨ, ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਜਿਵੇਂ ਕਿ ਸਾਡਿਆਂ ਪਾਤਸ਼ਾਹਾਂ ਨੇ 500 ਸਾਲ ਪਹਿਲਾਂ ਸਮਾਜ ਨੂੰ, ਦੁਨੀਆ ਨੂੰ ਨਿਭਾ ਕੇ ਵਿਖਾਈਆਂ। ਅੱਜ ਲਈ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਦਿਓ ਇਜਾਜ਼ਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।